मेरी संगत पोच सोच दिन राती। मेरा कर्म कुटिलता जन्म कुभांति। राम गुसैया जी के जीवना मोहे ना विसारो। मैं जन तेरा धन वाहिगुरु साहिब जीओ। गौड़ी कबीर जी जो जन परमित परमन जाना। बातन ही बैकुंठ समाना। ना जाना बैकुंठ कहाँ ही। जान जान सब कहें तहाँ ही। ना जाना बैकुंठ कहाँ ही। जान जान सब कहें तहाँ ही। रहाओ कहन कहावन नह पतई। कहन कहावन नहीं पतियई है। तो मन मानै जाते हों मैं जई है। जब लग मन बैकुंठ की आस। तब लग होए नहीं चरण निवास। कहो कबीर एह कहिए काहे। साध संगत बैकुंठ आहे। कह कबीर एह कहिए काहे। साध संग बैकुंठ आहे। परम सन्मानयोग जुगो जुग अटल चबर तख्त दे मालक साहिब सतगुरु धन धन श्री गुरु ग्रंथ साहिब जी महाराज तिन्हां दी हजूरी अंदर जुड़ मिल बैठे अत सत्कारयोग सन्मानयोग सतसंगी जनों बहुत ही बड़भागे हाँ जो कि रोजाना ही लड़ीवार कथा विचार दे नाल सांझ बनाउने हाँ। लड़ीवार चल रही कथा विचार गौड़ी कबीर जी गुरु ग्रंथ साहिब दा पावन पवित्र अंक 325। आओ गुरु प्यार वालिओ लड़ीवार बाणी नूं विचारन तो पहला सारी संगत आखो वाहिगुरु जी का खालसा वाहिगुरु जी की फतेह। गौड़ी राग दे अंदरों लड़ीवार भगत कबीर जी की बाणी चल रही है जी। लड़ीवार आपां कबीर जी का अज 10 नंबर शब्द विचारना है गौड़ी राग दे अंदरों। कबीर जी ने अज दे शब्द अंदर बड़ी प्यारी बड़ी सोहनी विचार साडे सन्मुख रखी है। इत्थे कबीर जी ने बैकुंठ की गल की है। बैकुंठ का अर्थ हुंदा जी स्वर्ग। तुसी वख-वख मत्तां नूं पढ़ोगे ना, वख-वख धर्मां की फिलासफी पढ़ोगे, हर एक का वक्खो वखरा नज़रिया है। इस्लाम का वखरा नज़रिया है, हिंदुओं का वखरा नज़रिया है, ईसाइयों का वखरा नज़रिया। सानू ये बहुत समझण की लोड़ है, विचारन की लोड़ है। कबीर जी के शब्द ने ना जिहड़े बड़े कमाल दे ने। कबीर जी ने अपनी बाणी अंदर किते
ਤੁਸੀਂ ਮਹਿਸੂਸ ਕਰੋਗੇ ਥੋੜਾ ਤਿੱਖਾਪਣ ਵੀ ਵਰਤਿਆ ਸਾਡੇ ਭਲੇ ਵਾਸਤੇ। ਕਈ ਵਾਰ ਅਕਸਰ ਆਪਾਂ ਵੇਖਦੇ ਹਾਂ ਨਾ, ਮਾਂ ਪਿਓ ਬੱਚੇ ਨੂੰ ਜਦੋਂ ਸਮਝਾਉਂਦਾ ਪਹਿਲਾਂ ਬੜੇ ਪਿਆਰ ਨਾਲ ਗੱਲ ਕਰਦਾ ਹੈ, ਬੇਟਾ ਜੀ ਇਹ ਗੱਲ ਇਸ ਤਰ੍ਹਾਂ ਹੈ। ਜਦੋਂ ਪਿਆਰ ਨਾਲ ਕੰਮ ਠੀਕ ਨਾ, ਫਿਰ ਥੋੜਾ ਜਿਹਾ ਤਿੱਖਾ ਵੀ ਹੋਣਾ ਪੈਂਦਾ। ਕਬੀਰ ਜੀ ਨੂੰ ਜਾਤ ਅਭਿਮਾਨੀ ਲੋਕ ਸੀ ਜਿਹੜੇ ਬੜੇ ਤੰਗ ਕਰਦੇ ਸੀ, ਵਿਪਰਵਾਦੀ ਲੋਕ, ਪੁਜਾਰੀਵਾਦੀ ਲੋਕ ਸੀ ਨਾ ਜਿਹੜੇ ਉਹ ਤੰਗ ਕਰਦੇ ਸੀ। ਬਾਬਾ ਕਬੀਰ ਜੀ ਨੇ ਇਸ ਕਰਕੇ ਥੋੜੇ ਤਿੱਖੇ ਸ਼ਬਦ ਵਰਤੇ, ਤਾਂ ਕਿ ਜਿਵੇਂ ਪਿੱਛੇ ਆਪਾਂ ਗੱਲ ਕਰ ਰਹੇ ਸੀ, ਜੇ ਤੇਰੇ ਅੰਦਰ ਜ਼ਰੂਰਤ ਹੈ ਗੱਲ ਕਰਨ ਦੀ, ਮੇਰੇ ਸਾਹਮਣੇ ਵੇ ਗੱਲ ਕਰ। ਵੱਡਾ ਕੌਣ ਹੁੰਦਾ ਹੈ, ਉੱਚਾ ਕੌਣ ਹੁੰਦਾ ਹੈ? ਇੱਥੇ ਕਬੀਰ ਜੀ ਨੇ ਗੱਲ ਕੀਤੀ ਬੈਕੁੰਠ ਦੀ। ਬੈਕੁੰਠ ਦਾ ਅਰਥ ਹੁੰਦਾ ਜੀ ਸਵਰਗ। ਹਰ ਇੱਕ ਮਤ ਦਾ ਵੱਖੋ ਵੱਖਰਾ ਮੰਨਣਾ ਹੈ, ਪਰ ਬਾਣੀ ਦਾ ਇਹਦੇ ਵਾਸਤੇ ਕੀ ਨਜ਼ਰੀਆ ਹੈ, ਕਬੀਰ ਜੀ ਇਹਦੇ ਵਾਸਤੇ ਕੀ ਕਹਿ ਰਹੇ ਨੇ। ਰਹਾਉ ਵਾਲਾ ਬੰਦਾ ਜੀ, ਨਾ ਜਾਨਾ ਬੈਕੁੰਠ ਕਹਾਂ ਹੀ, ਜਾਨ ਜਾਨ ਸਭ ਕਹੈ ਤਹਾਂ ਹੀ। ਸਤਿਗੁਰੂ ਕਬੀਰ ਜੀ ਕਹਿ ਰਹੇ ਨੇ ਰਹਾਉ ਵਾਲੇ ਬੰਦ ਅੰਦਰ, ਇਸ ਪਾਵਨ ਪਵਿੱਤਰ ਬਚਨ ਅੰਦਰ, ਮੈਨੂੰ ਤਾਂ ਪਤਾ ਨਹੀਂ ਉਹ ਬੈਕੁੰਠ ਕਿੱਥੇ ਹੈ। ਸਵਰਗ ਦਾ ਨਾਂ ਹਰ ਕੋਈ ਲੈਂਦਾ ਜੀ, ਸਵਰਗ ਦਾ ਹਾਲੇ ਤੱਕ ਕਿਸੇ ਨੂੰ ਪਤਾ ਨਹੀਂ ਲੱਗਿਆ ਵੀ ਕਿੱਥੇ ਹੈ ਸਵਰਗ। ਹੁਣ ਕਬੀਰ ਜੀ ਗੱਲ ਕਲੀਅਰ ਕਰਨਗੇ ਵੀ ਸਵਰਗ ਕਿੱਥੇ ਹੈ, ਬੈਕੁੰਠ ਕਿੱਥੇ ਹੈ, ਇਹ ਵੀ ਗੱਲ ਕਲੀਅਰ ਕਰਨਗੇ ਕਬੀਰ ਜੀ। ਜਿੱਥੇ ਇਹ ਸਾਰੇ ਲੋਕ ਆਖਦੇ ਹਨ ਚੱਲਣਾ ਹੈ ਚੱਲਣਾ ਹੈ, ਤੁਸੀਂ ਵੇਖੋ ਸਾਰੇ ਇਹ ਗੱਲ ਕਰਦੇ ਨੇ, ਮਰਨ ਤੋਂ ਬਾਅਦ ਬੰਦੇ ਨੇ ਸਵਰਗ ਵਿੱਚ ਜਾਣਾ, ਮਰਨ ਤੋਂ ਬਾਅਦ ਬੰਦੇ ਨੇ ਨਰਕ ਵਿੱਚ ਜਾਣਾ। ਬਹੁਤੇ ਧਰਮ ਦੇ ਕਰਮ ਅਸੀਂ ਤਾਂ ਕਰਦੇ ਹਾਂ ਵੀ ਮਰਨ ਤੋਂ ਬਾਅਦ ਸਾਨੂੰ ਸਵਰਗ ਮਿਲੇਗਾ। ਇਹ ਗੱਲ ਹਾਲੇ ਤੱਕ ਸਾਡੇ ਬਹੁਤ ਸਿੱਖ ਭਰਾਵਾਂ ਨੂੰ ਕਲੀਅਰ ਨਹੀਂ ਹੈ। ਬਾਣੀ ਨੇ ਜਦੋਂ ਜਨਮ ਦੀ ਗੱਲ ਕੀਤੀ, ਮਰਨ ਦੀ ਗੱਲ ਕੀਤੀ, ਬਾਣੀ ਤਾਂ ਆਪਾਂ ਨੂੰ ਰੋਜ਼ਾਨਾ ਇਹ ਗੱਲ ਕਹਿੰਦੀ ਹੈ, ਭਾਈ ਇਹ ਵਾਰੀ ਹੈ ਤੇਰੀ ਰੱਬ ਨੂੰ ਮਿਲਣ ਦੀ, ਵਾਹਿਗੁਰੂ ਨੂੰ ਮਿਲਣ ਦੀ। ਕਿਹੜੇ ਸਵਰਗਾਂ ਦੇ ਚੱਕਰ ਵਿੱਚ ਪੈ ਗਿਆ, ਕਿਹੜੇ ਨਰਕਾਂ ਦੇ ਚੱਕਰ ਵਿੱਚ ਪੈ ਗਿਆ। ਸਤਿਗੁਰੂ ਜੀ ਦਾ ਇਹ ਗੱਲ ਕਹਿੰਦੇ ਨੇ, ਸਵਰਗ ਨਰਕ ਇੱਥੇ ਦੁਨੀਆ ਉੱਤੇ ਹੀ ਹੈ। ਮਰਨ ਤੋਂ ਬਾਅਦ ਬੰਦਾ ਮਿੱਟੀ ਬਣ ਜਾਂਦਾ, ਰਾਖ ਬਣ ਜਾਂਦਾ, ਹੋਰ ਕੁਝ ਨਹੀਂ ਬਣਦਾ। ਜਿਵੇਂ ਆਪਾਂ ਇੱਕ ਪਿਛਲਾ ਸ਼ਬਦ ਵਿਚਾਰਿਆ ਸੀ ਵੀ ਜਦੋਂ ਬਾਜੇ ਦੇ ਵਿੱਚ ਆਵਾਜ਼ ਨਿਕਲਦੀ ਆ ਨਾ, ਜਦੋਂ ਉਹਨੂੰ ਬੰਦ ਕਰਦੇ ਆ, ਆਵਾਜ਼ ਉਹਦੇ ਵਿੱਚ ਹੀ ਸਮਾ ਜਾਂਦੀ ਹੈ। ਹੁਣ ਜੇ ਅਸੀਂ ਲੱਭੀਏ ਆਵਾਜ਼ ਕਿੱਧਰ ਗਈ ਹੈ, ਉਹਦੇ ਵਿੱਚ ਸਮਾ ਗਈ ਹੈ। ਇਹ ਸਾਡੇ ਮਨ ਦਾ ਇੱਕ ਬਹੁਤ ਵੱਡਾ ਭੁਲੇਖਾ ਹੈ, ਭਰਮ ਹੈ। ਅਸੀਂ ਬਹੁਤ ਦਾਅਵੇ ਕਰਦੇ ਹਾਂ। ਵੇਖੋ ਅਸੀਂ ਜਦੋਂ ਜੂਨਾਂ ਦੀ ਗੱਲ ਕਰਦੇ ਹਾਂ, ਅਸੀਂ ਇਹ ਗੱਲ ਕਰਦੇ ਹਾਂ, ਵੇਖੋ ਜੀ ਮਰਨ ਤੋਂ ਬਾਅਦ ਬੰਦਾ ਫਲਾਣੀ ਜੂਨ ਭੋਗਦਾ, ਬੰਦਾ ਫਲਾਣੀ ਜੂਨ ਭੋਗਦਾ। ਹਾਲੇ ਤੱਕ ਪਤਾ ਕਿਸੇ ਨੂੰ ਕੋਈ ਨਹੀਂ। ਇੱਕ ਵਾਰ ਆਪਾਂ ਇਹ ਗੱਲ ਪੜ੍ਹਦੇ ਹਾਂ, ਜਾ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੇ ਸੋਈ, ਜਪਜੀ ਸਾਹਿਬ ਦੀ ਬਾਣੀ ਵਿੱਚ ਪੜ੍ਹਦੇ ਹਾਂ। ਫਿਰ ਸਾਨੂੰ ਕਿਵੇਂ ਪਤਾ ਲੱਗ ਗਿਆ ਵੀ ਜੂਨ 84 ਲੱਖ ਹੁੰਦੀ ਹੈ, ਤਾਂ ਗਿਣਤੀ ਵਿੱਚ ਆ ਗਿਆ। ਇੱਕ ਪਾਸੇ ਆਪਾਂ ਕਹਿੰਦੇ ਹਾਂ ਤੇਰਾ ਅੰਤ ਨਹੀਂ ਪਾਇਆ ਜਾ ਸਕਦਾ, ਤੂੰ ਅਤੁੱਲ ਹੈ, ਤੂੰ ਵੱਡਾ ਹੈ। ਠੀਕ ਹੈ, ਮਹਾਰਾਜ ਨੇ ਪ੍ਰਚਲਿਤ ਕੁਝ ਮਿੱਥਾਂ, ਪ੍ਰਚਲਿਤ ਕੁਝ ਮੁਹਾਵਰੇ ਵਰਤੇ ਨੇ ਬਾਣੀ ਵਿੱਚ, ਪਰ ਗੁਰਮੁਖੋ ਬਾਣੀ ਨੂੰ ਬੜੇ ਗੌਰ ਦੇ ਨਾਲ, ਬੜੀ ਡੂੰਘਾਈ ਦੇ ਵਿੱਚ ਵਾਚਣ ਦੀ ਲੋੜ ਹੈ। ਅਸੀਂ ਤਾਂ ਕਰਕੇ ਮਾਰ ਖਾ ਗਏ ਵੀ ਅਸੀਂ ਬਾਣੀ ਦਾ ਨਾ ਪਿਛੋਕੜ ਵੇਖਿਆ, ਨਾ ਅੱਗਾ ਵੇਖਦੇ ਆ, ਨਾ ਪਿੱਛਾ ਵੇਖਦੇ ਆ ਵੀ ਮਹਾਰਾਜ ਕਹਿਣਾ ਕੀ ਚਾਹੁੰਦੇ ਨੇ। ਸਤਿਗੁਰੂ ਕਬੀਰ ਜੀ ਦਾ ਕਹਿਣ ਦਾ ਭਾਵ ਕੀ ਹੈ। ਇੱਥੇ ਮਹਾਰਾਜ ਨੇ ਬੈਕੁੰਠ ਦੀ ਗੱਲ ਕਿਉਂ ਕੀਤੀ ਹੈ? ਕਿਉਂਕਿ ਤੁਸੀਂ ਬਨਾਰਸ ਦੀ ਧਰਤੀ ਦੀ ਗੱਲ ਕਰੋ ਨਾ, ਬਨਾਰਸ ਦੀ ਧਰਤੀ ਦੇ ਉੱਤੇ, ਬਨਾਰਸ ਵਿੱਚ ਇੱਕ ਕਲਵੱਤਰ ਆਰਾ ਲੱਗਿਆ ਹੋਇਆ ਸੀ। ਲੋਕ ਪਤਾ ਕੀ ਕਰਦੇ ਹੁੰਦੇ ਸੀ, ਲੋਕ ਆਰੇ ਥੱਲੇ ਆਪਣੇ ਆਪ ਨੂੰ ਚਿਰਾ ਲੈਂਦੇ ਸੀ, ਆਪਣੇ ਆਪ ਨੂੰ ਖਤਮ ਕਰ ਲੈਂਦੇ ਸੀ। ਕਾਹਦੇ ਵਾਸਤੇ? ਮੁਕਤੀ ਪ੍ਰਾਪਤ ਕਰਨ ਵਾਸਤੇ, ਸਵਰਗ ਲੈਣ ਵਾਸਤੇ। ਕਬੀਰ ਜੀ ਨੇ ਸਭ ਗੱਲਾਂ ਨੂੰ ਨੇੜੇ ਹੋ ਕੇ ਵੇਖਿਆ। ਕਬੀਰ ਜੀ ਕਹਿੰਦੇ ਭਾਈ ਮਰਨ ਤੋਂ ਬਾਅਦ ਮੁਕਤੀ ਕਿਹਨੇ ਪਾਈ ਹੈ? ਜਦੋਂ ਪ੍ਰਾਣ ਹੀ ਨਿਕਲ ਗਏ, ਸਾਹ ਹੀ ਨਿਕਲ ਗਏ, ਫਿਰ ਮੁਕਤ ਕੀ ਹੋਣਾ ਤੈਂ? ਫਿਰ ਤਾਂ ਡੈਥ ਹੋ ਜਾਂਦੀ ਹੈ, ਮੌਤ ਹੋ ਜਾਂਦੀ ਹੈ। ਕਬੀਰ ਜੀ ਨੇ ਇਹਨਾਂ ਚੀਜ਼ਾਂ ਦਾ ਵਿਰੋਧ ਕੀਤਾ, ਕਿਉਂਕਿ ਧਰਮ ਦੇ ਨਾਂ 'ਤੇ ਲੋਕਾਂ ਨੂੰ ਭੁਲੇਖੇ ਵਿੱਚ ਪਾਇਆ ਗਿਆ, ਭਰਮ ਦੇ ਵਿੱਚ ਪਾਇਆ ਗਿਆ।
कबीर जी कह रहे ने इत्थे जिहड़ा वचन आप पढ़ रहे हैं, ना जाना बैकुंठ कहाँ ही। कबीर जी कहते मैं नहीं जानदा कित्थे स्वर्ग है कित्थे बैकुंठ है, इस गल का मैनू पता नहीं है। लोग तो गल्लां करी जाते ने, जान जान सब कहें तहाँ ही। 10 नंबर शब्द है जी गौड़ी राग दे अंदर, तुसीं जिन्होंने कोई भुलेखा होवे खुद पढ़ लियो शब्द। कबीर जी कहते सारे लोग कहते ने बैकुंठ अंदर जाना है बैकुंठ अंदर जाना है। कबीर जी कहते मेरी इन्नी उम्र हो गई, मेरी इन्नी आरजू हो गई, मैनू हाले तक बैकुंठ बारे नहीं पता लग्या भी किहड़े बैकुंठ की गल करते हैं, कित्थे बैकुंठ अंदर जाना चाहते हैं। कबीर जी कहते मैनू नहीं पता लग्या बैकुंठ का। सतगुरु कबीर जी तो यह भी कहते ने बाणी अंदर, पातशाह जी जो असीं बाणी पढ़ते हैं, सुरग नरक ते मैरे वो संतन कै प्रसाद। मैं सुरग तो भी बच गया नरक तो भी बच गया। हुण स्वर्ग का डर मैनू सताउंदा नहीं है, नरक का डर मैनू सताउंदा नहीं है, स्वर्ग का मैनू कोई लालच नहीं है। क्योंकि जिंदगी अंदर जिउंदे जी दुनिया ते तुसीं वेखोगे ना जी, इत्थे नरक भोगण वाले भी बेचारे बहुत ने, ਜਿਹੜੇ ਘਰਾਂ ਦੇ ਅੰਦਰੋਂ ਕਦੇ ਕਲੇਸ਼ ਨਹੀਂ ਖਤਮ ਹੋਇਆ, ਜਿਹੜੇ ਘਰਾਂ ਦੇ ਅੰਦਰੋਂ ਕਦੇ ਲੜਾਈ ਨਹੀਂ ਖਤਮ ਹੋਈ ਆਪਸ ਵਿੱਚ, ਜਿਨ੍ਹਾਂ ਦੀ ਹਾਲੇ ਤੱਕ ਕੋਈ ਬਣਦੀ ਹੀ ਨਹੀਂ ਹੈ, ਜਿਨ੍ਹਾਂ ਦੇ ਰਿਸ਼ਤੇ ਤਾਰ-ਤਾਰ ਹੋ ਗਏ ਨੇ, ਉੱਥੇ ਨਰਕ ਦਾ ਵਾਸਾ ਹੀ ਆ। ਸਵਰਗ ਵੇਖਣਾ ਹੋਵੇ ਅੱਜ ਦੁਨੀਆ ਅੰਦਰ ਸਵਰਗ ਵੀ ਬਹੁਤ ਨੇ, ਜਿਨ੍ਹਾਂ ਪਰਿਵਾਰਾਂ ਅੰਦਰ ਏਕਤਾ ਬਣੀ ਹੋਈ ਹੈ, ਪਿਆਰ ਬਣਿਆ ਹੋਇਆ, ਮੁਹੱਬਤ ਬਣੀ ਹੋਈ ਹੈ, बहुत प्यारी सांझ बनी हुई है, वो स्वर्ग का उत्थे वासा हुंदा है जी। जिउंदे जी सब कुछ आपां दुनिया अंदर सब कुछ वेख रहे हैं। इस करके बाबा जी गुरु अर्जन साहब जी कहते ये भाई वारी है मिलन दी, भई प्राप्त मानुख देहरिया, गोबिंद मिलन की ये तेरी वरिया, अवर काज तेरे किते ना काम, मिल साध संगत भज केवल नाम। इत्थे भी संगत की गल की। कबीर जी अगे की अपना पक्ष दस रहे ने। कबीर जी कहते जो जन पहला बंदा है जी, परमित परमन जाना, बातन ही बैकुंठ समाना। जो जन जेड़े मनुख, जन का अर्थ मनुख, परमित मिणती हद बन्ना। परमित का अर्थ हुंदा जी किसी का हद बन्ना आप तय करते हैं भी आ पिंड इन्ने किलोमीटर है, आ जमीन की लंबाई इन्नी बन गई, आ प्लाट की लंबाई, एक तो हद बन्ना हो गया ना, मिणती कर दी। हुण पातशाह जी कहते जो जन परमित परमन जाना, जो मिणती तो परे है, जिदा को हद बन्ना लभ्या नहीं जिस रब का, बातन ही बैकुंठ समाना। कबीर जी कहते इस पावन पवित्र वचन अंदर जो मनुख निरा आखते हैं कि असा उस प्रभु नूं जान लिया, असा प्रभु नूं समझ लिया, जिदा को हद बन्ना नहीं लभ्या जा सकता, जो मन तो परे है अपहुंच है। पर पातशाह जी कह रहे ने मनुख निरीआं गल्लां नाल ही बैकुंठ विच अपड़े होए हन। भाव वो गप्पां मार मार के मार रहे हैं कि उन्होंने बैकुंठ असल में डिठा नहीं है, वेख्या नहीं है, केवल निरीआं गप्पां तां मारी जांदे ने। तुसीं वेखोगे ना जी बहुत साडी कौम दे अंदर भी इन्ना कुछ वापरिया, मन घड़त कहानियां, कच्चियां पिलियां साखियां, बाबा जी स्वर्ग विच जाया, बाबा जी बैकुंठ विच जाया, पता नहीं। कबीर जी तो कहंदे मैनूं तां हाले तक पता नहीं लग्या, जिहड़े बाणी रचेता ने। कबीर जी तो यह गल कह रहे ने जो जन जेड़े मनुख परमत परमन जाना, जेड़े कहंदे ने असी रब दा हद बन्ना लभ लिया, असी रब नूं, क्योंकि रब दा की है थापिया ना जाए कीता ना होए आपे आप निरंजन सोए। कबीर जी कहंदे बातन ही बैकुंठ समाना, निरीआं गल्लां नाल स्वर्ग विच पहुंच जांदे ने, गप्पां मार मार के निरीआं गल्लां करदे ने। महाराज कहंदे हाले तक बैकुंठ दे वासी बने नहीं, स्वर्ग हाले पहुंचे नहीं हाले तक। सतगुरु कबीर जी कह रहे ने ना जाना बैकुंठ कहाँ ही, जान जान सब कहे तहाँ ही रहाओ।
कहन कहावन नहीं पतियई है, तो मन मानै जाते होमै जई है। सतगुरु कबीर जी कह रहे ने जी 2 नंबर बंद अंदर। सतगुरु कबीर जी इत्थे समझा रहे ने निरा ये आखण नाल ते सुन नाल कि असीं बैकुंठ विच जाना है, असीं बैकुंठ दे वासी बनना है। मन नूं तसल्ली नहीं हो सकती। मन तदों ही धीरज विच आउंदा है जदों साडा हंकार दूर हो गया, जदों बंदे दी हौमै दूर हो गई। साडा मन टिका दे विच धीरज विच तां आवेगा जे हौमै दूर हो गई। अगे सतगुरु कबीर जी कह रहे ने, जब लग मन बैकुंठ की आस, तब लग होए नहीं चरण निवास। सतगुरु कबीर जी कहते जिन्ना चिर मन दे अंदर बैकुंठ की आस लगी हुई है ना, हाय मैनू स्वर्ग मिल जे, हाय मैनू बैकुंठ मिल जे, कबीर जी कहते उतना चिर इस मनुख का मन रब नाल जुड़ नहीं सकता। क्योंकि लालसा है ना, मैं नाम जपूंगा, मैं गुरुद्वारे आऊँगा, मैं सेवा करूँगा। लालसा की है मेरा आ काम हो जे, सौदेबाजी नहीं चलती इत्थे। कबीर जी कहते इत्थे तां निमरता धीरज टिका मिलता गुरु दे कोलों। सौदेबाजी गुरु ने प्रवान नहीं की। इत्थे देखो तुसी दोबारा फिर मैं वचन पढ़दा जी, तुसी ध्यान नाल सुनो। जब लग मन बैकुंठ की आस, जिन्ना चिर मन विच स्वर्ग की आस बनी हुई है, तब लग होए नहीं चरण निवास। पातशाह जी कहते तद तक प्रभु के चरणों में मन जुड़ नहीं सकता। जदों तैनूं तां लगियां ना भी मैनूं बैकुंठ मिल जे, मैनूं स्वर्ग मिल जे, ये तां निरीआं गल्लां ने भाई। मरण तो बाद ना सानूं स्वर्ग मिलेगा ना नरक मिलेगा। कबीर जी कहते सब कुछ इत्थे ही है दुनिया दे विच, जे कुछ वेखना ना, क्योंकि जदों साह निकल के फिर सानूं कुछ नहीं पता लगता। देखो बाणी की व्याख्या है जी ये। सतगुरु कबीर जी अगे एक गल होर वड्डी प्यारी कहंदे ने, अखीर दे विच कबीर जी कह रहे ने, कहो कबीर कहीए काहे, साध संगत बैकुंठ आहे। आपां उपर गल कीती सी भी स्वर्ग कित्थे है, बैकुंठ कित्थे है। कबीर जी कहंदे अखीर दे विच कहंदे ये गल चेते रखण वाली है, समझण वाली है। कबीर जी हे कबीर आख ये गल किवें समझीए, किवें दसीए। भाव ये गल प्रतख है कि संगत विच असली बैकुंठ है। तुसीं हुण स्वर्ग दे विच बैठे हो जी, गुरु ग्रंथ साहब की हजूरी स्वर्ग है, गुरु ग्रंथ साहब की हजूरी बैकुंठ है। सतगुरु कबीर जी कहंदे जिन्हों संगत करनी आ गई, जिस बंदे ने अपना मन विकारां तो रहत कर लिया, वो स्वर्ग दे विच ही रहिंदा जी हर वेले। उन्होंने लालसा नहीं हुंदी, उन्होंने कोई डर नहीं हुंदा। सुरग नरक ते मैरे ओ संतन कै प्रसाद। अगे बहुत बचन होंदे ने जी, ना मैं नरक तो डरदा हाँ, ना मैनूं कोई स्वर्ग की लालसा है। ये सब कुछ त्याग के सतगुरु कबीर जी कहते संगत विच आके नाम जप के अपने जीवन को पवित्र बनाइए। गुरु प्यारिओ इहदा निचोड़ की है शब्द का? इहदा निचोड़ यह है, असली बैकुंठ असली स्वर्ग साध संगत है। इत्थे मन की जिहड़ी मैल है, मन की हौमै दूर हो जाती है। इत्थे मन प्रभु के चरणों में आके जुड़ जाता है। सतगुरु जी कृपा करन इस शब्द की व्याख्या तुसीं घरे जाके भी तुसीं पढ़ सकते हो जी। गौड़ी राग के अंदर 10 नंबर शब्द है, 325 अंक ते शब्द आता है जी। लड़ीवार 10 नंबर शब्द है गौड़ी राग का, कबीर जी का। सो खैर गुरु कृपा करे शब्द की विचार नूं समझिए, बाणी की विचार नूं समझिए। सतगुरु महाराज जो सानूं समझा रहे हैं, जिंदगी का आधार बनाइए जी। मरण तो बाद वाले स्वर्ग जां नरक की लालसा नूं छड्ड दईए, जिउंदे जी सब कुछ प्राप्त करिए। माँ प्यो की सेवा, परिवारक तौर पर किवें विचरना है बाणी समझाउंदी है। माँ प्यो नूं सांभीए, गुरु कृपा करे। बेनती करियो प्रवान। अगला जिहड़ा
ਇਤਿਹਾਸਕ ਵਿਚਾਰ ਸ਼ੁਰੂ ਹੁੰਦੀ ਹੈ ਜੀ, ਆਪਾਂ ਇੱਕ ਰੂਟੀਨ ਦੇ ਵਿੱਚ ਕਰਦੇ ਹਾਂ। ਧੰਨ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਬਾਰੇ ਆਪਾਂ ਇੱਕ ਲੜੀ ਦੇ ਤਹਿਤ ਵਿਚਾਰਦੇ ਆ ਰਹੇ ਹਾਂ ਜੀ। ਸਿੱਖ ਧਰਮ ਦੇ 5ਵੇਂ ਗੁਰੂ ਨੇ ਜੀ ਗੁਰੂ ਅਰਜਨ ਸਾਹਿਬ ਮਹਾਰਾਜ। ਪਿਛਲੇ ਦੀਵਾਨਾਂ ਵਿੱਚ ਜਿਹੜੀ ਆਪਾਂ ਵਿਚਾਰ ਕੀਤੀ ਸੀ, ਸਿੱਖੀ ਦਾ ਵਿਰੋਧ ਕੌਣ ਕਰਦੇ ਨੇ, ਇਹ ਗੱਲ ਆਪਾਂ ਵਿਚਾਰ ਰਹੇ ਸੀ। ਸੱਖੀ ਸਰਵਰੀਆਂ ਬਾਰੇ ਆਪਾਂ ਕੱਲ੍ਹ ਗੱਲ ਕੀਤੀ ਸੀ। ਭਾਈ ਬਹਿਲੋ ਵਰਗੇ, ਭਾਈ ਮੰਝ ਵਰਗੇ ਜਿਹੜੇ ਸੱਖੀ ਸਰਵਰੀਆਂ ਦੇ ਪ੍ਰਚਾਰਕ ਥਾਪੇ ਹੋਏ ਸੀ। ਭਾਈ ਬਹਿਲੋ ਸਭ ਤੋਂ ਪਹਿਲੋਂ, ਅੱਜ ਵੀ ਉਹਨਾਂ ਦਾ ਨਾਮ ਬਹੁਤ ਮਸ਼ਹੂਰ ਆ ਜੀ, ਪਿੰਡ ਫਾਫੜੇ ਭਾਈ ਕੇ, ਮਾਨਸਾ ਜ਼ਿਲ੍ਹੇ ਦੇ ਵਿੱਚ ਨਗਰ ਪੈਂਦਾ ਹੈ। ਉਹਨਾਂ ਦੀ ਯਾਦ ਵਿੱਚ ਗੁਰਦੁਆਰਾ ਵੀ ਬਣਿਆ ਹੋਇਆ ਹੈ। ਬਹੁਤ ਵੱਡੀ ਸੇਵਾ ਹੈ। ਭਾਈ ਬਹਿਲੋ ਗੁਰੂ ਅਰਜਨ ਸਾਹਿਬ ਦੇ ਸਿੱਖ ਹੋਏ ਨੇ ਜੀ 5ਵੀਂ ਪਾਤਸ਼ਾਹੀ ਦੇ। ਤੁਸੀਂ ਉਹਨਾਂ ਦਾ ਪਿਛੋਕੜ ਪੜ੍ਹ ਕੇ ਵੇਖੋਗੇ ਨਾ, ਉਹਨਾਂ ਦੇ ਘਰ ਇੱਕ ਪੀਰਖਾਨਾ ਬਣਿਆ ਹੋਇਆ ਸੀ। ਉਹ ਸਖੀ ਸਰਵਰੀਆਂ ਦੇ ਪ੍ਰਚਾਰਕ ਸੀ। ਭਾਈ ਮੰਝ ਦੀ ਗੱਲ ਪੜ੍ਹ ਕੇ ਹੁਸ਼ਿਆਰਪੁਰ ਇਲਾਕੇ ਵਿੱਚ ਪੈਦਾ ਹੋਏ, ਪਰ ਜਦੋਂ ਸਮਝ ਆਈ, ਸੂਝ ਆਈ, ਸਭ ਕੁਝ ਤਿਆਗ ਦਿੱਤਾ। ਇਤਿਹਾਸ ਵਿੱਚ ਇੱਕ ਦਰਜਾ ਮਿਲਿਆ, ਇੱਕ ਖਿਤਾਬ ਮਿਲਿਆ, ਭਾਈ ਬਹਿਲੋ ਸਭ ਤੋਂ ਪਹਿਲੋਂ। ਕਿਉਂ ਕਿਹਾ ਜਾਂਦਾ ਸੀ? ਕਿਉਂਕਿ ਸੇਵਾ ਦੇ ਵਿੱਚ ਟੋਕਰੀ ਚੁੱਕ ਕੇ ਸਿਰ ਤੇ ਹਰ ਵੇਲੇ ਤਤਪਰ ਰਹਿੰਦੇ ਸੀ ਸੇਵਾ ਕਰਨ ਵਾਸਤੇ। ਗੁਰੂ ਅਰਜਨ ਸਾਹਿਬ ਦੇ ਹੁਕਮ ਨੂੰ ਖਿੜੇ ਮੱਥੇ ਪ੍ਰਵਾਨ ਕਰਨ ਵਾਲੇ, ਕੋਈ ਵੀ ਹੁਕਮ ਲੱਗ ਜਾਣਾ ਸੇਵਾ ਦਾ, ਉਹਨਾਂ ਨੇ ਖਿੜੇ ਮੱਥੇ ਪ੍ਰਵਾਨ ਕਰ ਲੈਣਾ। ਐਡੇ ਐਡੇ ਥੰਮ ਮਹਾਰਾਜ ਨੇ, ਜਿਹੜੇ ਸਖੀ ਸਰਵਰੀਆਂ ਦੇ ਬਹੁਤ ਵੱਡੇ ਥੰਮ ਸੀ, ਮਹਾਰਾਜ ਨੇ ਉਹ ਖੇਡ ਕੇ ਰੱਖ ਦਿੱਤੇ। ਸਿੱਖੀ ਦੀ ਵਿਚਾਰ ਵਾਲਾ ਬੀਜ ਉਹਨਾਂ ਅੰਦਰ ਪਾ ਦਿੱਤਾ, ਗੁਰਮਤਿ ਵਾਲਾ, ਗਿਆਨ ਵਾਲਾ ਬੀਜ ਉਹਨਾਂ ਅੰਦਰ ਪਾ ਦਿੱਤਾ। ਸਭ ਕੁਝ ਤਿਆਗ ਦਿੱਤਾ। ਲੋਕਾਂ ਨੇ ਬੜਾ ਕੁਝ ਆਖਿਆ, ਭਾਵੇਂ ਬੜਾ ਕੁਝ ਜੋੜ ਦਿੱਤਾ ਗਿਆ ਇਹਨਾਂ ਦੇ ਨਾਲ, ਪਰ ਪਰਵਾਹ ਨਹੀਂ ਕਰੀ। ਉਸ ਤੋਂ ਬਾਅਦ ਜਦੋਂ ਸਤਿਗੁਰੂ ਮਹਾਰਾਜ ਇੱਕ ਗ੍ਰੰਥ ਤਿਆਰ ਕਰ ਰਹੇ ਸੀ ਜੀ, ਗੁਰੂ ਅਰਜਨ ਸਾਹਿਬ ਮਹਾਰਾਜ, ਇਹਨਾਂ ਕੋਲ ਭਗਤ ਆਏ ਸੀ। 4 ਭਗਤਾਂ ਦਾ ਨਾਮ ਵੀ ਪਿੱਛੇ ਆਪਾਂ ਵਿਚਾਰਿਆ ਵੀ ਸੀ, ਜਿਨ੍ਹਾਂ ਦਾ ਨਾਮ ਕਾਨਾ, ਪੀਲੂ, ਛੱਜੂ ਤੇ ਸਾਹ ਸ਼ੈਨ। ਕਾਨਾ, ਪੀਲੂ, ਸ਼ਾਹ ਹੁਸੈਨ ਜਿਹੜੇ 4 ਭਗਤ ਸੀ, ਛੱਜੂ, ਇਹਨਾਂ ਦੀ ਬਾਣੀ ਗੁਰੂ ਅਰਜਨ ਸਾਹਿਬ ਨੇ ਦਰਜ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਕਿਉਂ ਕੀਤਾ ਸੀ? ਇਹਦੇ ਬਾਰੇ ਆਪਾਂ ਵਿਸਥਾਰ ਨਾਲ ਪਿੱਛੇ ਵਿਚਾਰਿਆ ਸੀ, ਤੁਹਾਨੂੰ ਚੇਤਾ ਹੋਣਾ ਸਾਰਿਆਂ ਨੂੰ ਜੀ। ਕਿਉਂਕਿ ਪਿੱਛੇ ਵਿਚਾਰ ਲੰਘੀ ਨਾ, ਉਹਦੇ ਬਾਰੇ ਤੁਹਾਨੂੰ ਪਤਾ ਹੋਣਾ ਜ਼ਰੂਰੀ ਹੈ। ਕਿਉਂ ਮਹਾਰਾਜ ਨੇ? ਕਿਉਂਕਿ ਇਹਨਾਂ ਦੀ ਬਾਣੀ ਵਿੱਚ ਔਰਤ ਦੀ ਤੋਹੀਨ ਕੀਤੀ ਹੋਈ ਸੀ। ਤੁਕਬੰਦੀ ਤਾਂ ਬਣਾ ਰੱਖੀ ਸੀ, ਪਰ ਇਹਨਾਂ ਦੀ ਬਾਣੀ ਇੱਕ ਰੱਬ ਦੇ ਪ੍ਰਥਾਏ ਨਹੀਂ ਸੀ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇੱਕ ਰੱਬ ਦੇ ਪ੍ਰਥਾਏ ਹੈ। ਇੱਕ ਰੱਬ ਤੋਂ ਸਿਵਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਹੋਰ ਕੁਝ ਨਹੀਂ ਦੱਸਿਆ ਹੋਇਆ। ਇੱਕ ਰੱਬ ਬਾਰੇ ਉਹਨੂੰ ਮੰਨਣਾ, ਉਹਨੂੰ ਧਿਆਉਣਾ, ਉਹਨੂੰ ਯਾਦ ਕਰਨਾ, ਚੇਤੇ ਕਰਨਾ। ਜਦੋਂ ਮਹਾਰਾਜ ਨੇ ਏਕ ਓਂਕਾਰ ਲਿਖਤਾ, ਵਾਢੇ ਉਲਾ ਸਭ ਕੁਝ ਰੱਦ ਕਰ ਦਿੱਤਾ। ਜਦੋਂ ਮਹਾਰਾਜ ਨੇ ਏਕ ਓਂਕਾਰ ਲਿਖ ਦਿੱਤਾ, ਇਹ ਜਿਹੜੇ ਭਗਤ ਸੀ ਗੁਰੂ ਅਰਜਨ ਸਾਹਿਬ ਕੋਲ ਆਪਣੀਆਂ ਰਚਨਾਵਾਂ ਲੈ ਕੇ ਆਏ। ਮਹਾਰਾਜ ਨੇ ਕਿਹਾ, ਤੁਹਾਡੀ ਕੱਚੀ ਬਾਣੀ ਹੈ ਭਾਈ, ਤੁਹਾਡੀ ਕੱਚੀ ਬਾਣੀ ਨੂੰ ਅਸੀਂ ਇੱਥੇ ਦਰਜ ਨਹੀਂ ਕਰ ਸਕਦੇ। ਫਿਰ ਜਿਹੜੇ ਇਹ ਕਾਨਾ, ਪੀਲੂ, ਛੱਜੂ ਤੇ ਸ਼ਾਹ ਹੁਸੈਨ ਵਰਗੇ 4 ਭਗਤ ਸੀ, ਕੱਚੇ ਭਗਤ, ਇਹਨਾਂ ਨੇ ਗੁਰੂ ਅਰਜਨ ਸਾਹਿਬ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਵਾਪਸ ਜਾ ਰਹੇ ਸੀ, ਈਰਖਾ ਇਹਨਾਂ ਵਿੱਚ ਬਹੁਤ ਹੈ। ਕਹਿੰਦੇ, ਇਤਿਹਾਸਕਾਰ ਲਿਖਦੇ ਨੇ ਵੀ ਜਿਹੜਾ ਕਾਨਾ ਸੀ ਨਾ, ਕਾਨਾ ਭਗਤ ਤਾਂ ਰਸਤੇ ਵਿੱਚ ਹੀ ਪੂਰਾ ਹੋ ਗਿਆ ਸੀ। ਰਹਿ ਗਏ 3 ਭਗਤ। ਇਹਨਾਂ ਤਿੰਨੋਂ ਭਗਤਾਂ ਨੇ ਸਿੱਖ ਮੱਤ ਅੰਦਰ ਰਲਾ ਪਾਉਣ ਵਾਸਤੇ, ਸਿੱਖ ਮੱਤ ਨੂੰ ਡੇਗਣ ਵਾਸਤੇ, ਸਿੱਖ ਵਿਚਾਰਧਾਰਾ ਨੂੰ ਡੇਗਣ ਵਾਸਤੇ ਬਹੁਤ ਜ਼ੋਰ ਲਾਇਆ। ਸਤਿਗੁਰੂ ਮਹਾਰਾਜ ਨੇ ਇਹਨਾਂ ਦੀ ਪਰਵਾਹ ਨਹੀਂ ਕਰੀ। ਸਤਿਗੁਰੂ ਮਹਾਰਾਜ ਆਪਣਾ ਪ੍ਰਚਾਰ ਨਿਰੰਤਰ ਜਾਰੀ ਰੱਖਿਆ ਉਹਨਾਂ ਨੇ। ਅੱਗੇ ਗੱਲ ਆਉਂਦੀ ਚੰਦੂ ਸ਼ਾਹ ਦੀ। ਚੰਦੂ ਸ਼ਾਹ ਕੌਣ ਆ ਜੀ? ਇਹਦੇ ਬਾਰੇ ਆਪਾਂ ਸੰਖੇਪ ਵਿਚਾਰ ਕਰਾਂਗੇ। ਚੰਦੂ ਸ਼ਾਹ ਲਾਹੌਰ ਦਰਬਾਰ ਵਿੱਚ ਕੋਈ ਛੋਟਾ ਮੋਟਾ ਜਾਂ ਅਧਿਕਾਰੀ ਹੋ ਸਕਦਾ ਹੈ। ਇਤਿਹਾਸਕਾਰਾਂ ਨੇ ਇਹਦੇ ਬਾਰੇ ਬੜਾ ਕੁਝ ਲਿਖਿਆ, ਕਿਉਂਕਿ ਚੰਦੂ ਦਾ ਵੀ ਬਹੁਤ ਵੱਡਾ ਰੋਲ ਰਿਹਾ ਜੀ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕਰਾਉਣ ਵਾਸਤੇ। ਇਸ ਕੋਲ ਕੋਈ ਵਿਸ਼ੇਸ਼, ਕੋਈ ਅਹਿਮੀਅਤ ਵਾਲਾ ਅਹੁਦਾ ਨਹੀਂ ਸੀ। ਇਹ ਵੀ ਲਿਖਿਆ ਵੀ ਕੋਈ ਛੋਟਾ ਮੋਟਾ ਕੋਈ ਅਧਿਕਾਰੀ ਹੋਣਾ, ਜੇ ਹੁੰਦਾ ਤਾਂ ਇਸ ਦਾ ਨਾਮ ਤੁਜ਼ਕੇ ਜਹਾਂਗੀਰੀ ਵਿੱਚ ਦਰਜ ਹੋਣਾ ਚਾਹੀਦਾ ਸੀ, ਜਿਹੜੀ ਤੁਜ਼ਕੇ ਜਹਾਂਗੀਰੀ ਜਹਾਂਗੀਰ ਨੇ ਲਿਖੀ ਹੈ। ਡਾਕਟਰ ਗੰਡਾ ਸਿੰਘ ਮੁਤਾਬਕ
ਜਿਹੜੇ ਡਾਕਟਰ ਗੰਡਾ ਸਿੰਘ ਦੀਆਂ ਲਿਖਤਾਂ ਕਹਿੰਦੀਆਂ ਨੇ, ਫਾਰਸੀ ਦੀਆਂ ਜਿਹੜੀਆਂ ਲਿਖਤਾਂ ਕਹਿੰਦੀਆਂ ਨੇ ਵੀ ਸਰਕਾਰੀ ਰਿਕਾਰਡ ਵਿੱਚ ਚੰਦੂ ਦਾ ਕੋਈ ਨਾਂ ਤੱਕ ਦਰਜ ਨਹੀਂ ਹੈ। ਉਸ ਸਮੇਂ ਜਿਹੜੇ ਜਹਾਂਗੀਰ ਬਾਦਸ਼ਾਹ ਵੇਲੇ ਦੇ ਸਰਕਾਰੀ ਰਿਕਾਰਡ ਸੀ। ਗੰਡਾ ਸਿੰਘ ਨੇ ਇਹ ਵੀ ਲਿਖਿਆ, ਇਤਿਹਾਦਕ ਹੋਰ ਇਤਿਹਾਸਕਾਰ ਜਿਹੜੇ ਹੈਗੇ ਨੇ ਜੀ ਚੰਦੂ ਬਾਰੇ, ਕਨਿੰਗਮ ਵਰਗੇ ਜਿਹੜੇ ਇਤਿਹਾਸਕਾਰ ਨੇ ਜਾਂ ਹੋਰ ਇਤਿਹਾਸਕਾਰ ਨੇ, ਉਹਨਾਂ ਨੇ ਬੜਾ ਕੁਝ ਲਿਖਿਆ। ਪ੍ਰਿੰਸੀਪਲ ਸਾਹਿਬ ਸਿੰਘ ਜੀ ਅਨੁਸਾਰ ਚੰਦੂ ਗੁਰਦਾਸਪੁਰ ਦਾ ਰਹਿਣ ਵਾਲਾ ਵੀ ਉਹਨਾਂ ਨੇ ਲਿਖਿਆ, ਪਿੰਡ ਰੋਹੇਲੇ ਦਾ। ਇਸ ਤਰ੍ਹਾਂ ਬਹੁਤ ਕੁਝ ਲਿਖਿਆ। ਪਰ ਆਪਾਂ ਜਿਹੜੀ ਗੱਲ ਕਰਾਂਗੇ ਵੀ ਚੰਦੂ ਆਪਣੀ ਧੀ ਦਾ ਰਿਸ਼ਤਾ ਲੈ ਕੇ ਆਉਂਦਾ ਹੈ। ਪੁਰਾਤਨ ਸਮਾਂ ਹੁੰਦਾ ਸੀ ਜੀ, ਜਦੋਂ ਰਿਸ਼ਤੇ ਦੀ ਆਪਾਂ ਗੱਲ ਕਰਾਂਗੇ ਨਾ, ਰਿਸ਼ਤਾ ਵੇਖਣ ਵਾਸਤੇ ਲਾਗੀ ਜਾਇਆ ਕਰਦੇ ਸੀ, ਰਿਸ਼ਤਾ ਪੱਕਾ ਕਰੇ ਆਉਂਦੇ ਸੀ ਪਿੰਡ ਵਿੱਚ ਜਿਹੜੇ ਲਾਗੀ ਹੁੰਦੇ ਸੀ। ਆਪਾਂ ਜਿਹੜੀ ਇੱਥੇ ਗੱਲ ਕਰ ਰਹੇ ਹਾਂ, ਗੁਰੂ ਅਰਜਨ ਸਾਹਿਬ ਮਹਾਰਾਜ ਦੇ ਪੁੱਤਰ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ। ਉਹਨਾਂ ਦੀ ਉਮਰ ਜਦੋਂ ਥੋੜ੍ਹੀ ਵੱਡੀ ਹੋਈ, ਰਿਸ਼ਤੇ ਦੀ ਗੱਲ ਤੁਰੀ, ਲਾਗੀ ਜਦੋਂ ਸਤਿਗੁਰੂ ਮਹਾਰਾਜ ਦੇ ਉਸ ਨਿਵਾਸ ਸਥਾਨ 'ਤੇ ਪਹੁੰਚਦੇ ਨੇ ਜਿੱਥੇ ਸਤਿਗੁਰੂ ਮਹਾਰਾਜ ਰਹਿ ਰਹੇ ਨੇ, ਮਹਾਰਾਜ ਨਾਲ ਗੱਲਬਾਤ ਕੀਤੀ। ਰਿਸ਼ਤੇ ਵਾਸਤੇ ਚੰਦੂ ਦੀ ਧੀ ਦਾ ਰਿਸ਼ਤਾ ਆਇਆ ਸੀ। ਸਤਿਗੁਰੂ ਮਹਾਰਾਜ ਨੇ ਰਿਸ਼ਤੇ ਤੋਂ ਇਨਕਾਰ ਕੀਤਾ। ਇਹ ਵੀ ਲਿਖਿਆ ਇਤਿਹਾਸਕਾਰਾਂ ਨੇ, ਇਨਕਾਰ ਕਰ ਦਿੱਤਾ। ਜਦੋਂ ਸਤਿਗੁਰੂ ਮਹਾਰਾਜ ਨੇ ਪਹਿਲੀ ਵਾਰ ਹਾਂ ਕੀਤੀ ਸੀ ਨਾ, ਇਨਕਾਰ ਕਰਨ ਦਾ ਕਾਰਨ ਕੀ ਸੀ ਤੇ ਹਾਂ ਵੀ ਕਰ ਦਿੱਤੀ ਸੀ। ਇਨਕਾਰ ਕਰਨ ਦਾ ਕਾਰਨ ਇਹ ਸੀ, ਚੰਦੂ ਅੰਦਰੋਂ ਤਾਂ ਥੋੜ੍ਹਾ ਖੁਸ਼ ਸੀ ਵੀ ਚਲੋ ਮੇਰਾ ਰਿਸ਼ਤਾ ਬਣ ਗਿਆ ਮੇਰੀ ਧੀ ਦਾ ਗੁਰੂ ਅਰਜਨ ਸਾਹਿਬ ਦੇ ਪੁੱਤਰ ਨਾਲ, ਪਰ ਬਾਹਰੀ ਤੌਰ 'ਤੇ ਉਹ ਇਹ ਗੱਲ ਕਹਿੰਦਾ ਸੀ ਵੀ ਜਿਹੜੀ ਚਵਾਰੇ ਦੀ ਇੱਟ ਹੈ, ਮੋਰੀ ਨੂੰ ਕਿਵੇਂ ਲਾ ਦਈਏ। ਗੁਰੂ ਨਾਨਕ ਦੇ ਘਰ ਨੂੰ ਉਹਨੇ ਮੋਰੀ ਦੱਸਿਆ ਵੀ ਚਵਾਰੇ ਦੀ। ਹੁਣ ਉਹਦਾ ਅਰਥ ਇਹ ਸੀ ਨਾ ਵੀ ਮੈਂ ਤਾਂ ਬਹੁਤ ਉੱਚੇ ਘਰਾਣੇ ਦਾ, ਮੈਂ ਤਾਂ ਬਹੁਤ ਵੱਡਾ, ਮੈਂ ਆਪਣੀ ਧੀ ਦਾ ਰਿਸ਼ਤਾ ਕਿਵੇਂ ਕਰਾਂਗਾ, ਲਾਗੀਆਂ ਨੂੰ ਕਹਿਣ ਲੱਗਿਆ। ਪਰ ਸਤਿਗੁਰੂ ਮਹਾਰਾਜ ਸਿੱਖ ਸੰਗਤਾਂ ਕੋਲ ਜਦੋਂ ਗੱਲ ਪਹੁੰਚੀ, ਸਤਿਗੁਰੂ ਮਹਾਰਾਜ ਨੇ ਸੰਗਤਾਂ ਨੇ ਰਿਸ਼ਤੇ ਤੋਂ ਇਨਕਾਰ ਕਰ ਦਿੱਤਾ। ਤੂੰ ਗੁਰੂ ਨਾਨਕ ਦੇ ਘਰ ਦੀ ਤੋਹੀਨ ਕੀਤੀ ਹੈ, ਨਿੰਦਿਆ ਕੀਤੀ ਹੈ, ਤੇਰੀ ਧੀ ਦਾ ਰਿਸ਼ਤਾ ਪ੍ਰਵਾਨ ਨਹੀਂ ਭਾਈ। ਤੂੰ ਤਾਂ ਹੁਣੇ ਤੋਂ ਇਸ ਤਰ੍ਹਾਂ ਦੇ ਤਾਨੇ ਮਿਹਣੇ ਜੇ ਮਾਰ ਲੱਗ ਪਿਆ, ਅੱਗੇ ਪਤਾ ਨਹੀਂ ਕੀ ਵਾਪਰਨਾ। ਫਿਰ ਜਦੋਂ ਇਤਿਹਾਸਕਾਰ ਲਿਖਦੇ ਨੇ ਵੀ ਮਹਾਰਾਜ ਨੇ ਰਿਸ਼ਤੇ ਤੋਂ ਇਨਕਾਰ ਕਰ ਦਿੱਤਾ, ਚੰਦੂ ਦਰਬਾਰੀਆਂ ਵਿੱਚ ਬੈਠਿਆ ਕਰਦਾ ਸੀ। ਜਹਾਂਗੀਰ ਦੇ ਦਰਬਾਰ ਵਿੱਚ ਇਹਨੇ ਆਪਣੀ ਪਹੁੰਚ ਬਣਾਈ। ਚੰਦੂ ਅੰਦਰੋਂ ਅੰਦਰ ਹੀ ਬਹੁਤ ਖਾਰ ਖਾਂਦਾ ਸੀ। ਇਹ ਸਿੱਖ ਧਰਮ ਦਾ ਇੱਕ ਵਿਰੋਧੀ ਸ਼ਖਸ ਹੈ ਜੀ। ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕਰਾਉਣ ਵਿੱਚ ਚੰਦੂ ਵਰਗਿਆਂ ਦਾ, ਜਹਾਂਗੀਰ ਵਰਗਿਆਂ ਦਾ, ਪ੍ਰਿਥੀ ਚੰਦ ਵਰਗਿਆਂ ਦਾ ਹੱਥ ਹੈ। ਭਾਵੇਂ ਪ੍ਰਿਥੀ ਚੰਦ ਗੁਰੂ ਅਰਜਨ ਸਾਹਿਬ ਦਾ ਵੱਡਾ ਭਰਾ ਹੈ, ਪਰ ਇਹਨਾਂ ਜ਼ਾਲਮ ਲੋਕਾਂ ਨੇ ਸਤਿਗੁਰੂ ਗੁਰੂ ਅਰਜਨ ਸਾਹਿਬ ਨੂੰ ਜੀ ਨੂੰ ਤੱਤੀ ਤਵੀ 'ਤੇ ਬਹਾ ਦਿੱਤਾ। ਸਤਿਗੁਰੂ ਮਹਾਰਾਜ ਨੇ ਚੰਦੂ ਦੀ ਧੀ ਦੇ ਰਿਸ਼ਤੇ ਤੋਂ ਇਨਕਾਰ ਕਰਨ ਦਾ ਕਾਰਨ ਆਪਾਂ ਸੰਖੇਪ ਜੀ ਗੱਲ ਕੀਤੀ ਹੈ ਜੀ। ਰਹਿੰਦੀ ਜਿਹੜੀ ਵਿਚਾਰ ਹੈ ਆਪਾਂ ਅਗਲੇ ਦੀਵਾਨਾਂ ਵਿੱਚ ਕਰਾਂਗੇ। ਜਹਾਂਗੀਰ ਬਾਦਸ਼ਾਹ ਬਾਰੇ, ਸ਼ਹਿਜ਼ਾਦਾ ਸਲੀਮ ਦੇ ਬਾਰੇ। ਸਲੀਮ ਜਹਾਂਗੀਰ ਦਾ ਨਾਮ ਹੀ ਆ ਜੀ, ਸਲੀਮ। ਇਹਦੇ ਬਾਰੇ ਆਪਾਂ ਕੱਲ੍ਹ ਦੇ ਦੀਵਾਨਾਂ ਵਿੱਚ ਗੱਲ ਕਰਾਂਗੇ। ਸਤਿਗੁਰੂ ਮਹਾਰਾਜ ਸਿੱਖੀ ਵਿਰੋਧੀ ਜਿਹੜੀ ਤਾਕਤਾਂ ਨੇ ਉਹਨਾਂ ਦਾ ਕਿਵੇਂ ਨਜਿੱਠ ਰਹੇ ਨੇ, ਕਿਵੇਂ ਉਹਨਾਂ ਨੂੰ ਦੁਨੀਆ ਸਾਹਮਣੇ ਰੱਖ ਰਹੇ ਨੇ। ਬੇਨਤੀ ਕਰਿਓ ਪ੍ਰਵਾਨ ਜੀ। ਰਹਿੰਦੀ ਵਿਚਾਰ ਕੱਲ੍ਹ ਦੇ ਦੀਵਾਨਾਂ ਵਿੱਚ ਅੰਤ ਵਿੱਚ ਫਤਿਹ ਨਾਲ ਪਾਓ। ਸਾਂਝ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੂੰ